ਕੜਾ ਵੱਜਦਾ, ਘੜੋਲੀ ਵੱਜਦੀ, ਕਿਤੇ ਗਾਗਰ ਵੱਜਦੀ ਸੁਣ ਮੁੰਡਿਆ। ਇਹ ਲੋਕ ਗੀਤ ਗਾਗਰ ਦੀ, ਘੜੇ ਦੀ ਗੱਲ ਕਰਦਾ ਆ। ਘੜੇ ਦੀ ਇਕੱਲੇ ਦੀ ਗੱਲ ਅੱਜ ਅਸੀਂ ਨਹੀਂ ਕਰਨੀ ਗੀ, ਗੱਲ ਕਰਾਂਗੇ ਘੜੇ ਹੋਣ, ਘੜੀਆਂ, ਝੱਜਰਾਂ, ਸੁਰਾਹੀਆਂ, ਕੁੱਜੇ, ਕੁੱਜੀਆਂ, ਦੀਵੇ, ਕਸੋਰੇ, ਬਰੂਏ, ਚੱਪਣ, ਕੜੁੰਜੀਆਂ, ਚੁੱਲ੍ਹੇ, ਤੰਦੂਰ, ਚਾਟੀਆਂ ਤੇ ਚਟੂਰੇ, ਕੁੰਡੇ, ਦੌਰੇ, ਦੌਰੀਆਂ ਤੇ ਖਾਸ ਤੌਰ ਤੇ ਦੀਵੇ, ਝਾਵੇਂ ਤੇ ਕੜੁੰਜੀਆਂ। ਇਹ ਉਹ ਸਾਰੀਆਂ ਚੀਜ਼ਾਂ ਨੇ ਜੋ ਮਿੱਟੀ ਤੋਂ ਬਣਦੀਆਂ ਨੇ। ਇਹ ਉਹ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਬਣਾਉਣ ਦੇ ਲਈ ਮਿੱਟੀ ਦਾ ਕੰਮ ਕਰਨ ਵਾਲੇ ਘੁਮਿਆਰਾਂ ਨੂੰ ਖਾਸ ਮੁਸ਼ੱਕਤ ਕਰਨੀ ਪੈਂਦੀ ਹੈ। ਤਸਵੀਰਾਂ ਔਨ ਏਅਰ ਦੇ ਜ਼ਰੀਏ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਆਖਰ ਕੋਈ ਵੀ ਮਿੱਟੀ ਦੀ ਚੀਜ਼ ਜਿਹੜੀ ਬਾਜ਼ਾਰ ਵਿੱਚ ਵਿਕਣੀ ਆਉਂਦੀ ਹੈ, ਉਸ ਦੇ ਪਿੱਛੇ ਇਸ ਮਿੱਟੀ ਦਾ ਕੰਮ ਕਰਨ ਵਾਲਿਆਂ ਨੂੰ ਕਿੰਨੀ ਮੁਸ਼ੱਕਤ ਕਰਨੀ ਪੈਂਦੀ ਹੈ। ਮਿੱਟੀ ਦਾ ਕੰਮ ਕਰਨ ਵਾਲੇ ਇਹ ਘੁਮਿਆਰ ਅੱਜ ਦੇ ਹੀ ਨਹੀਂ, ਸਦੀਆਂ ਤੋਂ ਇਹ ਕੰਮ ਕਰਦੇ ਆ ਰਹੇ ਨੇ, ਜਿਨ੍ਹਾਂ ਦੇ ਬਣਾਏ ਹੋਏ ਮਿੱਟੀ ਦੇ ਵੰਨੋ ਵੰਨੀ ਦੇ ਭਾਂਡੇ ਅਤੇ ਖਿਡੌਣੇ ਸਾਡੇ ਘਰਾਂ ਦੀਆਂ ਰਸੋਈਆਂ ਤੋਂ ਲੈ ਕੇ ਸਾਡੀਆਂ ਕੰਸਾਂ ਦਾ ਸ਼ਿੰਗਾਰ ਬਣੇ ਨੇ। ਗੱਲ ਕਿੰਨੇ ਤਰ੍ਹਾਂ ਦੇ ਉਹਨਾਂ ਭਾਂਡਿਆਂ ਦੀ ਜਾਂ ਖਿਡੌਣਿਆਂ ਦੀ ਹੋਵੇ, ਆਖਰ ਸਾਰਾ ਕੁਝ ਹੀ ਮਿੱਟੀ ਤੋਂ ਤਿਆਰ ਹੋਇਆ ਹੁੰਦਾ ਆ। ਤਸਵੀਰਾਂ ਦੇ ਵਿੱਚ ਗੱਲ ਕਰੜੀ ਮਿਹਨਤ ਦੀ ਕਰ ਲਈ ਜਾਵੇ ਤਾਂ ਮਿੱਟੀ ਦਾ ਕੰਮ ਕਰਨ ਵਾਲੇ ਘੁਮਿਆਰਾਂ ਦੇ ਇਹਨਾਂ ਪਰਿਵਾਰਾਂ ਨੂੰ ਸਮੇਤ ਬੱਚਿਆਂ ਤੱਕ ਮਿਹਨਤ ਕਰਨੀ ਪੈਂਦੀ ਹੈ। ਮੇਰਾ ਪਿੰਡ ਹੈ ਜੀ ਮਹਿਮਦਪੁਰ ਜੱਟਾਂ। ਮੈਂ ਭੋਲਾ ਸਿੰਘ ਹੈ ਜੀ। ਮੈਨੂੰ 30 ਸਾਲ ਹੋ ਗਏ ਭਾਂਡੇ ਬਣਾਉਂਦੇ ਨੂੰ। 30 ਸਾਲਾਂ ਮਾ ਹੁਣ ਆਣ ਗਿਆ ਸੀ, ਸਾਡਾ ਕੰਮ ਜਮੀ ਠੱਪ ਹੁੰਦਾ ਜਾ ਰਿਹਾ। ਇਹ ਚਾਈਨਾ ਵਾਲਾ ਜਿਹੜਾ ਤੁਸੀਂ ਮਾਲ ਵੇਚ ਰਹੇ ਆ, ਇਸ ਕਰਕੇ ਸਾਨੂੰ ਬੜੀ ਦਿੱਕਤ ਪੈ ਰਹੀ ਹੈ, ਬਹੁਤ ਜ਼ਿਆਦਾ। ਹੁਣ ਇੱਕ ਸਾਨੂੰ ਮਿੱਟੀ ਮੁੱਲ ਲਿਆਉਣੀ ਪੈ ਰਹੀ ਹੈ ਜੀ, ਬਹੁਤ ਜ਼ਿਆਦਾ। ਸਾਡੇ ਤੇ ਪੈਸੇ ਲੱਗਦੇ ਆ 6-7 ਹਜ਼ਾਰ ਰੁਪਏ ਟਰੈਲੀ ਦਾ, ਤਾਂ ਸਾਨੂੰ ਮਿੱਟੀ ਮਿਲਦੀ ਹੈ। ਅਸੀਂ ਪਹਿਲਾਂ ਰੇੜੇ ਤੇ ਲਿਆ ਕੇ ਆਪਣਾ ਗੁਜ਼ਾਰਾ ਕਰ ਰਹੇ ਤੇ, ਵੀ ਸਾਨੂੰ ਹੁਣ ਇੰਨਾ ਮੁਸ਼ਕਲ ਹੋ ਗਿਆ ਬਹੁਤ ਜ਼ਿਆਦਾ ਵੀ ਕਾਰੋਬਾਰ ਚਾਈਨਾ ਵਾਲਿਆਂ ਨੇ ਠੱਪ ਕਰ ਦਿਆ। ਜਿਹੜੀ ਚਾਈਨਾ ਵਾਲੀ ਚੀਜ਼ ਆ ਰਹੀ ਹੈ ਜਾਂ ਲਾਈਟ ਵਾਲੀ ਚੀਜ਼ ਆ ਰਹੀ ਹੈ ਸਾਡੇ ਭਾਂਡੇ ਪਿੱਛੇ, ਅਸੀਂ ਬਹੁਤ ਔਖੇ ਆ ਜੀ। ਹੁਣ ਸਾਡੀ ਕੋਈ ਸਹੂਲਤ ਹੈ ਨਹੀਂ ਸਾਡੀ ਕੰਮ 'ਚ। ਹੁਣ ਗਾਹਾਂ ਵਾਸਤੇ ਸਾਡੇ ਬੱਚੇ ਬਿਲਕੁਲ ਜਵਾਬ ਦਿੰਦੇ ਜਾ ਰਹੇ ਹੈ ਵੀ ਅਸੀਂ ਨਹੀਂ ਇਹ ਕਰਨਾ ਮਿੱਟੀ ਦਾ ਕੰਮ, ਇੰਨਾ ਹਾਰਡ ਮਿੱਟੀ ਦਾ ਕੰਮ ਹੈ ਜੀ। ਅਸੀਂ ਚਲੋ ਫਿਰ ਵੀ ਆਪਣਾ ਟਾਈਮ ਪੂਰਾ ਕਰ ਰਹੇ ਹੈ ਜੀ, ਬਣਾ ਕੇ ਜਿੰਨੀ ਦੇਰ ਬਣੇਗੇ ਅਸੀਂ ਬਣਾਵਾਂਗੇ ਜੀ। ਪਰ ਸਾਨੂੰ ਨਾ ਤਾਂ ਹੁਣ ਮਿੱਟੀ ਉਹ ਮਿਲ ਰਹੀ ਹੈ ਕਿਤੇ। ਮਿੱਟੀ ਦੇ ਬਾਅਦ ਜੀ ਫਿਰ ਹੋਰ ਵੀ ਕੰਮ ਕਰੇ ਤੇ ਅਸੀਂ ਪਹਿਲਾਂ ਮੈਂ ਚੁੱਲ੍ਹੇ ਚਾਲੇ ਬਣਾਉਂਦਾ ਰਿਹਾ ਜੀ, ਮੈਨੂੰ 20 ਰੁਪਏ ਰੇੜਾ ਰੇਤੇ ਦਾ ਮਿਲਦਾ ਤਾ। ਹੁਣ ਉਹ ਰੇੜਾ ਰੇਤੇ ਦਾ 2000 ਰੁਪਏ ਦਾ ਮਿਲ ਰਿਹਾ ਜੀ ਮੈਨੂੰ। ਹੁਣ ਅਸੀਂ ਬਹੁਤ ਔਖੇ ਹੋ ਗਏ। ਹੁਣ ਚੁੱਲ੍ਹੇ ਨੂੰ ਜੇ ਬਾਹਰ ਅਸੀਂ ਥੋੜ੍ਹੇ ਬਹੁਤੇ ਕਹਿੰਦੇ ਵੀ 10 ਰੁਪਏ ਵੱਧ ਦੇ ਦਿਓ, ਅਗਲੇ ਕਹਿੰਦੇ ਨਹੀਂ ਜੀ ਪੁਰਾਣਾ ਰੇਟ ਦਿਓ, ਸਾਨੂੰ ਪੂਰੀ ਕੀਮਤ ਨਹੀਂ ਮਿਲਦੀ ਚੀਜ਼ ਦੀ। ਗੱਲ ਜੇ ਭਾਂਡੇ ਤਿਆਰ ਕਰਨ ਦੀ ਹੋਵੇ ਤਾਂ ਇਸ ਦਾ ਪਹਿਲਾ ਪੜਾਅ ਮਿੱਟੀ ਦਾ ਹੋਣਾ ਜ਼ਰੂਰੀ ਹੈ। ਮਿੱਟੀ ਚੰਗੀ ਹੋਵੇ, ਚੀਕਣੀ ਹੋਵੇ, ਮਜ਼ਬੂਤ ਹੋਵੇ, ਇਸ ਦੇ ਲਈ ਖਾਸ ਖਿਆਲ ਰੱਖਿਆ ਜਾਂਦਾ ਹੈ। ਤੇ ਖਾਸ ਤੌਰ ਤੇ ਖਿਆਲ ਇਹ ਵੀ ਰੱਖਿਆ ਜਾਂਦਾ ਹੈ ਕਿ ਇਸ ਮਿੱਟੀ ਨੂੰ ਪਹਿਲਾਂ ਚੰਗੇ ਤਰੀਕੇ ਨਾਲ ਕੁੱਟ ਲਿਆ ਜਾਂਦਾ ਹੈ ਤਾਂ ਕਿ ਕੋਈ ਰੋੜ ਜਾਂ ਰੋੜੀ ਜਾਂ ਪੱਥਰ ਇਹਦੇ ਵਿੱਚ ਨਾ ਆ ਜਾਵੇ। ਫਿਰ ਇਸ ਮਿੱਟੀ ਨੂੰ ਚੰਗੀ ਤਰ੍ਹਾਂ ਛਾਨਣਿਆਂ ਦੁਆਰਾ ਛਾਣ ਲਿਆ ਜਾਂਦਾ ਹੈ। ਛਾਨਣ ਤੋਂ ਬਾਅਦ ਇੱਕ ਖਾਸ ਖਾਡਾ ਤਿਆਰ ਕੀਤਾ ਜਾਂਦਾ ਹੈ, ਜਿਸ ਦੇ ਵਿੱਚ ਇਸ ਮਿੱਟੀ ਨੂੰ ਭਿਉਂ ਕੇ ਛੱਡ ਦਿੱਤਾ ਜਾਂਦਾ ਹੈ। ਤੇ ਫਿਰ ਜਿਸ ਤਰੀਕੇ ਪਹਿਲਾਂ ਕੱਚੀ ਮਿੱਟੀ ਦੀ ਕਹਾਣੀ ਬਣਾਈ ਜਾਂਦੀ ਸੀ, ਉਸ ਤਰੀਕੇ ਨਾਲ ਕਹਾਣੀ ਮਾਰ ਲਈ ਜਾਂਦੀ ਹੈ। ਮਿੱਟੀ ਨੂੰ ਚੰਗੀ ਤਰ੍ਹਾਂ ਰਲਾ ਲਿਆ ਜਾਂਦਾ ਹੈ। ਭਾਂਡਾ ਆਮ ਬਣਾਉਣਾ ਹੋਵੇ ਤਾਂ ਮਿੱਟੀ ਦੇ ਵਿੱਚ ਕੋਈ ਵੀ ਚੀਜ਼ ਨਹੀਂ ਰਲਾਈ ਜਾਂਦੀ, ਪਰ ਜੇ ਗੱਲ ਤੰਦੂਰ ਬਣਾਉਣ ਦੀ ਆਵੇ ਤਾਂ ਤੰਦੂਰ ਬਣਾਉਣ ਲਈ ਇਸ ਵਿੱਚ ਪਰਾਲੀ ਅਤੇ ਤੂੜੀ ਜਾਂ ਫਿਰ ਤੂੜੀ ਦਾ ਇੱਕ ਅੰਸ਼, ਜਿਸ ਨੂੰ ਪੰਜਾਬੀ ਜ਼ੁਬਾਨ ਦੀ ਦੇਸੀ ਭਾਸ਼ਾ ਵਿੱਚ ਪਲੋਂ ਕਹਿੰਦੇ ਆ, ਉਹ ਪਲੋਂ ਇਸ ਦੇ ਵਿੱਚ ਪਾਈ ਜਾਂਦੀ ਹੈ। ਇਸ ਤਰੀਕੇ ਦੇ ਨਾਲ ਜੋ ਆ ਉਹ ਤੰਦੂਰ ਤਿਆਰ ਕੀਤੇ ਜਾਂਦੇ ਨੇ। ਅਸੀਂ ਫਿਰ ਮਿੱਟੀ ਲਿਆ ਕੇ ਜੀ ਬਾਹਰੋਂ ਅਸੀਂ ਕੁੱਟਦੇ ਆ, ਉਸਨੂੰ
ਕੁੱਟ ਕੱਟ ਕੇ ਛਾਣਦੇ ਆ ਜੀ, ਛਾਣ ਕੇ ਰੋੜੀਆਂ ਲੈਦੇ ਟੱਪ 'ਚ ਪਾ ਕੇ ਭਿੰਦੇ ਆ, ਫਿਰ ਉਹ ਝਾਰਨੇ 'ਚ ਨੂੰ ਕੱਢਦੇ ਆ। ਅਸੀਂ ਰੋੜ ਕੱਢਦੇ ਆ ਬਾਹਰ ਜੀ, ਸਾਡਾ ਸਾਰਾ ਟੱਬਰ ਲੱਗਦਾ ਇਹਨੂੰ ਕੁੱਟਣ ਨੂੰ। ਤਾਂ ਇੱਕ ਰੇੜੀ ਮਿੱਟੀ ਦੀ ਮਸੋਂ ਕੁੱਟਦੀ ਹੈ, ਕੁੱਟ ਕੱਟ ਕੇ ਫਿਰ ਉਸ ਨੂੰ ਜੀ ਤਿਆਰ ਕਰਦੇ ਆ, ਗਾਰਾ ਭਿੰਦੇ ਆ, ਪੁਣ ਕੇ ਪਾਉਂਦੇ ਆ ਉਹਨੂੰ। ਫਿਰ ਉਹ ਕਈ ਦਿਨ 'ਚ ਅੱਠਰਦਾ ਜੀ, ਲੱਗ ਜਾਂਦੇ 5-7 ਦਿਨ ਉਹਨੂੰ ਟਾਈਟ ਹੋਣ ਨੂੰ। ਫਿਰ ਉਹ ਸੁੱਕੀ ਮਿੱਟੀ ਜਿਹੜੀ ਝਾਰਨੇ 'ਚ ਨੂੰ ਕੱਢਦੇ ਵਿੱਚ ਰਲਾਉਂਦੇ ਆ ਜੀ, ਫਿਰ ਉਹਨੂੰ ਗਾਰੇ ਨੂੰ ਤਿਆਰ ਕਰਦੇ ਆ ਜੀ। ਤਿਆਰ ਕਰਕੇ ਫਿਰ ਉਹਨੂੰ ਗੁੰਨਦੇ ਆ ਚੰਗੀ ਤਰ੍ਹਾਂ। ਹਾਲੇ ਆਟਾ ਘੱਟ ਗੁੰਨਿਆ ਜਾਂਦਾ, ਮਿੱਟੀ ਜ਼ਿਆਦਾ ਗੁੰਨਣੀ ਪੈਂਦੀ ਹੈ ਜੀ, ਇਹ ਸਭ ਨੂੰ ਪਤਾ ਹੀ ਹੈ ਜੀ। ਪਰ ਜੇ ਗੱਲ ਬਾਕੀ ਭਾਂਡਿਆਂ ਦੀ ਕਰੀਏ ਤਾਂ ਬਾਕੀ ਭਾਂਡਿਆਂ ਦੇ ਲਈ ਮਿੱਟੀ ਚੰਗੀ ਤਰ੍ਹਾਂ ਗੋਈ ਜਾਂਦੀ ਹੈ, ਉਸ ਨੂੰ ਪੈਰਾਂ ਨਾਲ ਮਿੱਧਿਆ ਜਾਂਦਾ ਆ, ਤੇ ਖਾਸ ਤੌਰ ਤੇ ਜੂਠ ਜਿਹਨੂੰ ਅਸੀਂ ਪਟਸਨ ਵੀ ਕਹਿ ਦਿੰਦੇ ਆ, ਉਸ ਦੀ ਬਣੀ ਬੋਰੀ ਦੇ ਉੱਪਰ ਰੱਖ ਕੇ ਮਿੱਧ ਲਿਆ ਜਾਂਦਾ ਆ। ਫਿਰ ਜੇ ਉਸ ਦੇ ਵਿੱਚ ਥੋੜੀ ਬਹੁਤੀ ਵੀ ਨਮੀ ਵੱਧ ਜਾਵੇ ਤਾਂ ਉਹ ਮਿੱਟੀ ਚੰਗਾ ਭਾਂਡਾ ਬਣਾਉਣ ਦੇ ਯੋਗ ਨਹੀਂ ਹੁੰਦੀ। ਇਸ ਤਰੀਕੇ ਨਾਲ ਮਿੱਟੀ ਨੂੰ ਪਹਿਲਾਂ ਗੋਇਆ ਜਾਂਦਾ ਆ, ਮਿੱਧਿਆ ਜਾਂਦਾ ਆ, ਪੱਥਿਆ ਜਾਂਦਾ ਆ, ਤੇ ਫਿਰ ਇਸ ਪੱਥੀ ਹੋਈ ਮਿੱਟੀ ਨੂੰ ਪਹਿਲਾਂ ਰਵਾਇਤੀ ਚੱਕ ਹੁੰਦੇ ਸੀ ਜਿਸ ਨੂੰ ਸੋਟੀ ਦੇ ਨਾਲ ਘੁਮਾਇਆ ਜਾਂਦਾ ਸੀ, ਜਿਸ ਦੀ ਅੜੇਸ ਇੱਕ ਜਗ੍ਹਾ ਹੁੰਦੀ ਸੀ, ਜਿਸ ਦੇ ਉੱਤੇ ਚੱਕ ਘੁੰਮਦਾ ਸੀ, ਤੇ ਇਸ ਚੱਕ ਦੇ ਉੱਤੇ ਹੀ ਭਾਂਡਾ ਤਿਆਰ ਕੀਤਾ ਜਾਂਦਾ ਸੀ। ਪਰ ਤਸਵੀਰਾਂ 'ਚ ਜਿਵੇਂ ਤੁਸੀਂ ਦੇਖ ਰਹੇ ਹੋ, ਜਿਵੇਂ ਜਿਵੇਂ ਆਧੁਨਿਕ ਦੌਰ ਆਇਆ, ਚੱਕ ਵੀ ਬਦਲਦੇ ਗਏ। ਇਹ ਬਿਜਲੀ ਵਾਲਾ ਚੱਕ ਹੈ, ਇਸ ਬਿਜਲੀ ਵਾਲੇ ਚੱਕ ਦੇ ਉੱਤੇ ਮਿੱਟੀ ਜਿਹੜੀ ਗੋਈ ਹੁੰਦੀ ਹੈ ਉਹ ਲੈ ਲਈ ਜਾਂਦੀ ਹੈ, ਤੇ ਫਿਰ ਇਸ ਚੱਕ ਦੇ ਉੱਪਰ ਰੱਖ ਕੇ ਇਸ ਨੂੰ ਘੁਮਿਆਰ ਆਪਣੇ ਹੱਥਾਂ ਦੀ ਛੋਹ ਦਿੰਦਾ ਆ। ਚਾਹੇ ਉਸਨੇ ਕੋਈ ਵੀ ਸਿਰਜਣਾ ਕਰਨੀ ਹੋਵੇ, ਉਹ ਸਿਰਜਣਾ ਦੀ ਜੇ ਗੱਲ ਕਰ ਲਈ ਜਾਵੇ ਤਾਂ ਉਸ ਦੇ ਵਿੱਚ ਚਾਹੇ ਘੜੇ ਹੋਣ, ਚਾਹੇ ਘੜੀਆਂ, ਚਟੂਰੇ ਹੋਣ, ਚਾਟੀਆਂ ਹੋਣ, ਦਹੀਂ ਵਾਲੇ ਕੁੱਜੇ ਹੋਣ, ਦੀਵੇ ਹੋਣ, ਤਾਂ ਇਸ ਤਰੀਕੇ ਤਿਆਰ ਕੀਤੇ ਜਾਂਦੇ ਆ। ਤੇ ਚਾਹੇ ਕੋਈ ਖਿਡੌਣਾ ਹੋਵੇ, ਤਿਆਰ ਕਰ ਕਰਕੇ ਇਹ ਸਾਰੇ ਬਰਤਨ, ਇਹ ਸਾਰੇ ਭਾਂਡੇ, ਇਹ ਸਾਰੇ ਖਿਡੌਣੇ ਇੱਕ ਖਾਸ ਤਰੀਕੇ ਦੀ ਸ਼ੋਅ ਦੇ ਕੇ ਤਿਆਰ ਕੀਤੇ ਜਾਂਦੇ ਆ। ਫਿਰ ਜੀ ਅਸੀਂ ਮਿੱਟੀ ਨੂੰ, ਇਸ ਨੂੰ ਚੱਕ ਕੇ ਜੀ ਇਕੱਠੀ ਕਰਕੇ ਇਹਨੂੰ ਚੰਗੀ ਤਰ੍ਹਾਂ ਮੁੱਧ ਕੇ ਰੱਖਦੇ ਆ ਜੀ। ਇਹ ਮਿੱਟੀ ਫਿਰ 2-3 ਦਿਨ ਜਦ ਤੱਕ ਪੁਰਾਣੀ ਮਿੱਟੀ ਨਹੀਂ ਹੁੰਦੀ, ਗਲਦੀ ਨਹੀਂ ਚੰਗੀ ਤਰ੍ਹਾਂ, ਫਿਰ ਇਸ ਨੂੰ ਅਸੀਂ ਚੱਕ ਤੇ ਲਾਉਂਦੇ ਆ ਜੀ। ਚੱਕ ਤੇ ਲਾ ਕੇ ਫਿਰ ਇਸੇ ਬਰਤਨ ਬਣਾਉਂਦੇ ਆ ਜੀ। ਅਸੀਂ ਬਰਤਨ ਪਏ ਰਹਿੰਦੇ ਆ 5-6 ਦਿਨ, ਫਿਰ ਇਹਨੂੰ ਬੰਨੀ ਲਾਉਂਦੇ ਆ ਜੀ। ਫਿਰ ਲੀਕਾਂ ਲੂਕਾਂ ਮਾਰਦੇ ਆ ਉੱਪਰ, ਲੀਕਾਂ ਲੂਕਾਂ ਮਾਰ ਕੇ ਫਿਰ ਕਿਤੇ ਹਫ਼ਤੇ ਬਾਅਦ 15 ਦਿਨਾਂ ਬਾਅਦ ਆਬੀ 'ਚ ਜਾਂਦੇ ਆ। ਆਬੀ 'ਚ ਜਾਂਦੇ ਆ ਜੀ, ਫਿਰ ਭੱਠੀ 'ਚ ਪਾ ਕੇ ਇਹਨਾਂ ਨੂੰ ਪਾਥੀਆਂ ਭੰਨ ਕੇ ਲਾਉਂਦੇ ਆ ਵਿੱਚ। ਪਾਥੀਆਂ ਉਹਨੂੰ ਵੀ ਟਾਈਮ ਲੱਗਦਾ। ਫਿਰ 4 ਦਿਨ ਇਹ ਅੱਗ 'ਚ ਪਏ ਰਹਿੰਦੇ, 3 ਦਿਨ ਫਿਰ ਦੇਖਦੇ ਆ ਬੈਠ ਕੇ ਆਲੇ ਦੁਆਲੇ ਵੀ ਕਿਤੇ ਹਵਾ ਨਾ ਵੜ ਜੇ ਵਿੱਚ, ਇਹਦੇ ਧੂੰਆਂ ਨਾ ਵੜ ਜੇ, ਕਿਸੇ ਪਾਸੇ ਰਹਿ ਜੇ, ਕਾਲਾ ਨਾ ਬਰਤਨ ਰਹਿ ਜੇ ਕੋਈ। ਮਤਲਬ 4 ਦਿਨ ਪੂਰੀ ਨਿਗਾਹ ਰੱਖਣੀ ਲੱਗਦੀ ਜੀ ਸਾਨੂੰ। ਫਿਰ ਕਿਤੇ ਜਾ ਕੇ ਜੀ ਇਹ ਬਰਤਨ ਵਿੱਚ ਦੇ ਲਿਗੜਦੇ ਆ। ਫਿਰ ਕੋਈ ਟੁੱਟ ਗਿਆ, ਕੋਈ ਕਾਲਾ ਰਹਿ ਗਿਆ, ਕੋਈ ਕਿਸ ਹੋ ਗਿਆ, ਕਿਸੇ ਦਾ ਬਿੰਗਾ ਕੰਡਾ ਹੋ ਗਿਆ ਜੀ, ਉਹ ਨਹੀਂ ਅਗਲਾ ਲਾਉਂਦਾ, ਇਹਦਾ ਕਹਿੰਦਾ ਕੰਡਾ ਬਿੰਗਾ ਜੀ ਇਸਕਾ, ਤਾਂ ਉਹ ਸਾਡੇ ਖਰਾਬ ਹੋ ਜਾਂਦੇ ਆ। ਗੱਲ ਜੇ ਦੀਵੇ ਬਣਾਉਣ ਦੀ ਹੋਵੇ ਤਾਂ ਦੀਵਿਆਂ ਨੂੰ ਵੀ ਇਸੇ ਤਰ੍ਹਾਂ ਹੀ ਚੱਕ ਦੇ ਉੱਤੇ ਬਣਾਇਆ ਜਾਂਦਾ ਆ, ਤੇ ਫਿਰ ਉਹਨਾਂ ਨੂੰ ਹੱਥਾਂ ਦੀ ਇੱਕ ਛੋਹ ਦੇ ਕੇ ਉਹਨਾਂ ਨੂੰ ਜੋ ਆਕਾਰ ਚਾਹੀਦਾ ਹੁੰਦਾ ਹੈ ਉਸੇ ਤਰ੍ਹਾਂ ਦੇ ਆਕਾਰ ਦੇ ਵਿੱਚ ਇਹਨਾਂ ਭਾਂਡਿਆਂ ਨੂੰ ਤਿਆਰ ਕਰ ਲਿਆ ਜਾਂਦਾ ਆ। ਫਿਰ ਇਹ ਤਿਆਰ ਹੋਏ ਭਾਂਡਿਆਂ ਦੇ ਨਾਲ ਜੇ ਗੱਲ ਦੀਵਾਲੀ ਦੇ ਦਿਨਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਕੜੁੰਜੀਆਂ ਜਿਨ੍ਹਾਂ ਦੇ ਵਿੱਚ ਅੱਗ ਬਾਲੀ ਜਾਂਦੀ ਹੈ, ਇਹਨਾਂ ਕੜੁੰਜੀਆਂ ਨੂੰ ਕਈ ਥਾਵਾਂ ਦੇ ਉੱਤੇ ਹਟੜੀਆਂ ਵੀ ਕਿਹਾ ਜਾਂਦਾ ਹੈ। ਇਹ ਹਟੜੀਆਂ ਖਾਸ ਤਰੀਕੇ ਨਾਲ ਬਣਾਈਆਂ ਜਾਂਦੀਆਂ ਨੇ, ਤੇ ਇਹਨਾਂ ਦੇ ਵਿੱਚ ਹਟੜੀਆਂ ਦੇ ਵਿੱਚ ਦੀਵੇ ਰੱਖੇ ਜਾਂਦੇ ਨੇ, ਨਾਲ ਹੀ ਕਿਸੇ ਦੇਵੀ ਦੇਵਤੇ ਦੀ ਮੂਰਤੀ ਵੀ ਬਣਾਈ ਜਾਂਦੀ ਹੈ। ਇਸ ਦੀ ਸਿਰਜਣਾ ਦਾ ਕੰਮ ਬਹੁਤ ਹੀ ਔਖਾ ਹੁੰਦਾ ਆ, ਪਰ ਫਿਰ ਵੀ ਸਿਰਜਣਾ ਕਰਨ ਲੱਗਿਆਂ ਟਾਈਮ ਲੱਗਦਾ ਆ। ਔਰ ਇਸ ਤਰੀਕੇ ਤੁਸੀਂ ਦੇਖ ਰਹੇ ਹੋ ਕਿ ਤਿਆਰ ਕੀਤੀ ਜਾ ਰਹੀ ਆ ਇੱਕ ਹਟੜੀ, ਇੱਕ ਕੜੁੰਜੀ, ਤੇ ਇਸ ਤੋਂ ਬਾਅਦ ਫਿਰ ਇਹਨਾਂ ਨੂੰ ਵੀ ਆਵੇ ਵਿੱਚ ਪਕਾ ਲਿਆ ਜਾਊਗਾ। ਇਹ ਕੜੁੰਜੀ ਤਿਆਰ ਕਰਕੇ ਨਾਲ ਹੀ ਵੰਨੋ ਵੰਨੀ ਦੇ ਭਾਂਡੇ ਤਿਆਰ ਕਰਕੇ ਪਹਿਲਾਂ ਉਹਨਾਂ ਨੂੰ
3-4 ਦਿਨ ਜਾਂ ਚੰਗੀ ਧੁੱਪ ਲੱਗੀ ਹੋਵੇ ਤਾਂ ਫਿਰ ਘੱਟ ਦਿਨ ਜਿਹੜੇ ਲੱਗਦੇ ਨੇ। ਤਾਂ ਜਦੋਂ ਇਹ ਭਾਂਡੇ ਮਿੱਟੀ ਦੇ ਬਿਲਕੁਲ ਸੁੱਕ ਜਾਂਦੇ ਨੇ ਤਾਂ ਇਹਨਾਂ ਨੂੰ ਖਾਸ ਕੋਈ ਰੰਗ ਜਾਂ ਡਿਜ਼ਾਈਨ ਦੇਣਾ ਹੋਵੇ ਤਾਂ ਪਹਿਲਾਂ ਕੋਈ ਰੰਗ ਲੇਪ ਦਿੱਤਾ ਜਾਂਦਾ ਹੈ, ਡਿਜ਼ਾਈਨ ਦੇ ਦਿੱਤਾ ਜਾਂਦਾ ਆ, ਆਕਾਰ ਦੇ ਦਿੱਤਾ ਜਾਂਦਾ ਆ, ਔਰ ਉਸ ਦੇ ਉੱਪਰ ਜੋ ਮੀਨਾਕਾਰੀ ਕਰਨੀ ਹੋਵੇ ਉਹ ਮੀਨਾਕਾਰੀ ਕਰ ਦਿੱਤੀ ਜਾਂਦੀ ਹੈ। ਅਸੀਂ ਜੀ ਕੁੱਜੀ ਦੇ ਲੈ ਕੇ ਗਰਬੜਾ, ਕਰੂਆ, ਦੋਗੜ, ਬੜਾ ਦੀਵਾ, ਛੋਟਾ ਦੀਵਾ ਇਹ ਤਿਆਰ ਕਰਦੇ ਆ। ਵਿੱਚ ਝੱਕਰੇ ਵੀ ਤਿਆਰ ਕਰਦੇ ਜੀ। ਗੈਲ ਬੰਦਾ ਰੱਖਿਆ ਵਾ ਜੀ, ਗੈਲ ਇਕੱਲੇ ਵਾ ਹੁੰਦਾ ਨਹੀਂ ਇਹ ਕੰਮ, ਹਾਂਜੀ। ਫਿਰ ਉਹ ਕੋਈ ਪੇਂਟ ਕਰਨ ਵਾਸਤੇ ਕਹਿ ਦਿੰਦਾ ਜੀ ਆ ਪੇਂਟ ਕਰਕੇ ਦਿਓ ਜੀ ਸਾਨੂੰ। ਅਸੀਂ ਫਿਰ ਉਹਨੂੰ ਮਾੜਾ ਮੋਟਾ ਚਲੋ ਪੇਂਟ ਵੀ ਕਰੀਦਾ ਜੀ, ਕਰਕੇ ਫਿਰ ਅਗਲੇ ਨੂੰ ਦੇਈਦਾ ਜੀ। ਅਗਲੀ ਫਿਰ ਸਾਨੂੰ ਫਿਰ ਵੀ ਕੀਮਤ ਨਹੀਂ ਪੂਰੀ ਮਿਲਦੀ, ਉਹਦੀ ਕੀਮਤ ਫਿਰ ਵੀ ਨਹੀਂ ਪੂਰੀ ਮਿਲਦੀ, ਪਰ ਇੱਕ ਦੇਣਾ ਲੱਗਦਾ, ਚੁਕਾਉਣਾ ਪੈਂਦਾ ਘਰ 'ਤੇ, ਹੈਂ ਜੀ। ਇੱਕ ਚੁਕਾਉਣਾ ਪੈਂਦਾ ਸਾਨੂੰ ਘਰ 'ਤੇ। ਪਰ ਬਸ ਭਾਂਡੇ ਕੇ ਕੰਮ 'ਚ ਰਿਹਾ ਕੁਛ ਨਹੀਂ ਇਹਦੇ 'ਚ। ਵੈਸੇ ਜਿਹੜਾ ਆਪਾਂ ਹੁਣ ਬਰਤਨ ਮਿੱਟੀ ਦੇ ਭਾਂਡੇ 'ਚ ਪਾਣੀ ਪੀ ਰਹੇ ਹੈ ਜਾਂ ਕੋਈ ਖਾ ਪੀ ਰਹੇ ਹੈ, ਉਹ ਬੰਦਾ ਵਧੀਆ ਰਹੇਗਾ ਜੀ, ਉਹ ਸਾਰੀਆਂ ਬਿਮਾਰੀਆਂ ਤੋਂ ਬਚੇਗਾ। ਹੁਣ ਕੋਈ ਸਿਲਵਰ ਕੇ ਭਾਂਡੇ 'ਚ ਦੁੱਧ ਗਰਮ ਕਰਦਾ, ਕੋਈ ਸਟੀਲ ਕੇ ਦੁੱਧ ਕਰਦਾ ਗਰਮ, ਇਹ ਸਾਰੀ ਜ਼ਹਿਰ ਹੈ ਜੀ। ਸਾਰਾ ਪਸੀਨਾ ਉਸਕੇ ਵਿੱਚ ਗਿਰਦਾ, ਉਹ ਜ਼ਹਿਰ ਪੀ ਰਹੇ ਆਪਾਂ। ਹੁਣ ਤੁਸੀਂ ਘੜੇ ਦਾ ਪਾਣੀ ਪੀਓ, ਤੁਹਾਨੂੰ 2 ਘੰਟੇ ਪਿਆਸ ਨਹੀਂ ਲੱਗਣੀ। फ्रिज का पानी पी लो तुसी एक बारी, थोनू 15 मिनट बाद ध्यान लगेगी जी। ये बहुत वधिया चीज़ है जी, ये बर्तन मिट्टी के, जे इसनू यूज़ करे तुसी। इस तो बाद दी अगर असी गल करिए तो फिर आवा तैयार किया जाता है। आवा तैयार करन दी गल आवे तो सब तो औखा काम हुंदा आवा तैयार करना। तस्वीरां दे विच तुसी देख रहे हो कि पूरा परिवार मेहनत कर रहा है, जिस दे विच घर दीयां तरीमतां तो लैके घर दे मर्द भी हत्थ वटाउंदे नज़र आउंदे ने। पहिलां पाथीआं भन्नीआं जांदियां ने ते उन्हां नूं छोटा आकार दिता जांदा आ, तां दूसरे पासे पराली अते तूड़ी दी वरतों भी इस विच कीती जांदी है। जे सुक्का घाह फूस होवे तां ओह भी आवे लई वरतिया जांदा आ। एक खास जगह चुन के उस जगह के उपर जो आ मिट्टी के पक्के हुए सारे भांडे, खड़ौने, घड़ुंजियां, घड़े, घड़ियां, चप्पण, बरुए और जो भी जिस तरीके का समान भी तैयार किया जाता है वो सारा टिका लिया जाता है। खास तौर के उत्ते मीह तो बचा लई आवे के उत्ते एक छतड़ा पाया गया आ, ताकि जे किते पक्के हुए आवे उत्ते मीह पै जावे तो सारा आवा खराब ना हो जावे। इस करके ये आवा जो तुसी देख रहे हो, इस आवे दे विच पहलां सारे ही भांडे रख दिते गए ने। फिर इस आवे दे उपर पराली अते घाह फूस विछाया जाता है। घाह फूस विछा के फिर इस दे उपर मिट्टी की एक परत विछा दी जाती है। तो फिर जदों इस नूं सारे नूं ढक दिता जाता है तो ढक देने तो बाद फिर इस दे आले दुआले अग बाल दी जाती है। बलदी हुई अग तुसी देख रहे हो, बलदी हुई अग हरेक भांडे दे नाल जिस तरीके नाल पराली अते घाह फूस विछाया गया है उस तरीके दे नाल ये अग मगदी रहिंदी है। ते इस अग नूं मगदी रखण दे लई इस दे उपर मिट्टी दी एक तह विछा दित्ती जांदी है, ताकि इस आवे दे विच जिन्ने भांडे रखे गए आ उन्हां भांडिਆਂ नूं एक सही मात्रा दे विच अग दा सेका मिलदा रहे, ताकि इस अग दे नाल भांडे पक जाण। फिर 2 ਤੋਂ 3 ਦਿਨਾਂ ਦਾ ਸਮਾਂ ਹੁੰਦਾ ਆ ਜਿਸ ਦੇ ਵਿੱਚ ਲਗਾਤਾਰ ਇਸ ਆਵੇ ਵਿੱਚ ਭਾਂਡੇ ਪੱਕਦੇ ਰਹਿੰਦੇ ਨੇ। ਇਹ ਆਪਾਂ ਜਿਹੜਾ ਦੀਵਾ ਲਾਉਂਦੇ ਆ ਜੀ, ਬਾਲਦੇ ਆ, ਮਹਾਰਾਜ ਪ੍ਰਕਾਸ਼ ਕਰਾਉਂਦੇ ਆਪਾਂ, ਉੱਥੇ ਦੀਵਾ ਜੋਤ ਜਿਹੜੀ ਚੱਲਦੀ ਹੈ ਉਹ ਗੰਦਗੀ ਕਰਨ ਵਾਸਤੇ ਹੁੰਦੀ ਹੈ। ਪਰਾਂ ਇਹ ਜੋਤ ਬੜੀ ਵਧੀਆ, ਸਰੋਂ ਦੇ ਤੇਲ ਦੀ ਜਿਹੜੀ ਜੋਤ ਆ ਨਾ, ਚਿਰਾਗ ਬਲਦਾ, ਬਹੁਤ ਵਧੀਆ ਚੀਜ਼ ਹੈ। ਇਹ ਹਰੇਕ ਚੀਜ਼ ਨੂੰ, ਗੰਦਗੀ ਨੂੰ ਸਾਫ਼ ਕਰਦਾ। ਘਰ 'ਚ ਵੀ ਦੀਵਾ ਜਿਹੜਾ ਬਲਦਾ ਜੀ ਸਰੋਂ ਦੇ ਤੇਲ ਦਾ, ਇਹ ਬਹੁਤ ਵਧੀਆ ਚੀਜ਼ ਹੈ ਜੋਤ। ਪਹਿਲਾਂ ਜੀ ਦੇਖੋ ਜਾਗੋ ਕੱਢੇ ਕਰੇ ਤੇ ਸਰੋਂ ਦੇ ਤੇਲ ਦੇ ਦੀਵੇ ਬਾਲ ਕੇ ਟੋਕੜੀ ਨੂੰ ਲਾਏ ਕਰੇ ਤੇ ਜੀ ਪੁਰਾਣੇ ਟਾਈਮਾਂ 'ਚ। ਉਹ ਤੇਲ ਬੜਾ ਵਧੀਆ ਤੇਲ ਚੀਜ਼ ਦੀ। ਹੁਣ ਦੇਖੋ ਜੀ ਉੱਥੇ ਵੀ ਆਂਡੀਆਂ ਲੱਗ ਗਈਆਂ, ਉਹ ਵੀ ਕੰਮ ਖਤਮ ਹੋ ਗਿਆ।
ਇਹ ਸਾਰੇ ਕੰਮ ਰੁਕਦੇ ਜਾ ਰਹੇ ਆ। ਪਹਿਲਾਂ ਟੋਕਣੀ ਗੱਲ ਮੋਮਬੱਤੀਆਂ ਲਾ ਕੇ ਜਾਂ ਘੜੇ ਗੱਲ ਮੋਮਬੱਤੀਆਂ ਲਾ ਕੇ ਸਿਰ ਪਰ ਜਾਗੋ ਕੱਢਦੇ ਤੇ ਆਲੇ ਦੁਆਲੇ ਸਰੋਂ ਕੇ ਤੇਲ ਕੇ ਦੀਵੇ ਬਲਦੇ ਤੇ ਬੜੀ ਉੱਤਮ ਚੀਜ਼ ਦੀ ਉਹ ਹੈ ਜੀ। ਹੁਣ ਸਭ ਬਿਜਲੀ ਦਾ ਬਣ ਗਿਆ ਜੀ ਸਿਸਟਮ, ਕਰੰਟ, ਲਾਈਟਾਂ ਚੱਲ ਗਈਆਂ ਅਨਮੀ ਤੇ ਅਨਮੀਆਂ। ਫਿਰ ਇਸ ਤੋਂ ਅਗਲੇ ਪੜਾਅ ਦੀ ਅਗਰ ਗੱਲ ਕਰ ਲਈ ਜਾਵੇ ਤਾਂ ਇਸ ਤੋਂ ਅਗਲੇ ਪੜਾਅ ਦੇ ਵਿੱਚ ਇਹਨਾਂ ਭਾਂਡਿਆਂ ਨੂੰ ਆਵਾ ਫਰੋਲ ਕੇ ਬਾਹਰ ਕੱਢ ਲਿਆ ਜਾਂਦਾ ਆ। ਫਿਰ ਇਹਨਾਂ ਨੂੰ ਸਾਫ਼ ਕੀਤਾ ਜਾਂਦਾ। ਸਾਫ਼ ਕਰਨ ਤੋਂ ਬਾਅਦ ਕੁਝ ਭਾਂਡੇ ਅਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਸਾਫ਼ ਕਰਕੇ ਬੋਰੀਆਂ ਦੇ ਵਿੱਚ ਭਰ ਲਿਆ ਜਾਂਦਾ ਹੈ। ਚਾਹੇ ਚੱਪਣ ਦੀ ਗੱਲ ਹੋਵੇ, ਦੀਵੇ ਦੀ ਗੱਲ ਹੋਵੇ, ਕੁੱਜੇ ਕੁੱਜੀਆਂ ਦੀ ਗੱਲ ਹੋਵੇ, ਝਾਵਿਆਂ ਦੀ ਗੱਲ ਹੋਵੇ, ਇਹਨਾਂ ਨੂੰ ਖਾਸ ਤਰੀਕੇ ਨਾਲ ਤਿਆਰ ਕਰਕੇ ਤਾਂ ਇਹਨਾਂ ਦੀ ਪੈਕਿੰਗ ਕਰ ਦਿੱਤੀ ਜਾਂਦੀ ਹੈ ਤਾਂ ਕਿ ਇਹਨਾਂ ਮਿੱਟੀ ਦਾ ਕੰਮ ਕਰਨ ਵਾਲੇ ਪਰਿਵਾਰਾਂ ਵੱਲੋਂ ਜੇ ਅੱਗੇ ਵੀ ਕਿਸੇ ਹੋਰ ਦੁਕਾਨਦਾਰਾਂ ਨੂੰ ਸਪਲਾਈ ਦੇਣੀ ਹੈ ਤਾਂ ਉੱਥੇ ਇਹ ਸਪਲਾਈ ਦਿੱਤੀ ਜਾ ਸਕੇ। ਦੂਸਰੇ ਪਾਸੇ ਇਸ ਤੋਂ ਬਾਅਦ ਜਿਨ੍ਹਾਂ ਭਾਂਡਿਆਂ ਨੂੰ ਖੂਬਸੂਰਤ ਰੰਗਾਂ ਦੇ ਹੁਨਰ ਦੇ ਨਾਲ ਸ਼ਿੰਗਾਰਨਾ ਹੁੰਦਾ ਆ ਉਹਨਾਂ ਨੂੰ ਰੰਗ ਕੀਤਾ ਜਾਂਦਾ। ਜਿਵੇਂ ਕਿ ਤੁਸੀਂ ਦੇਖ ਰਹੇ ਹੋ ਰੰਗ ਕੀਤੇ ਹੋਏ ਇਹ ਘੜੇ, ਘੜੀਆਂ ਅਤੇ ਕੜੁੰਜੀਆਂ ਜਿਹੜੀਆਂ ਇਸ ਘਰ ਦੇ ਵਿੱਚ ਤਿਆਰ ਕੀਤੀਆਂ ਗਈਆਂ ਨੇ। ਔਰ ਜਿਵੇਂ ਹੀ ਤਿਉਹਾਰਾਂ ਦੇ ਦਿਨ ਨੇੜੇ ਆਉਂਦੇ ਨੇ, ਗੱਲ ਚਾਹੇ ਤਿਉਹਾਰ ਦੀ ਹੋਵੇ ਜਾਂ ਕਿਸੇ ਵਿਆਹ ਸ਼ਾਦੀ ਦੀ, ਇਹ ਸਾਰੇ ਹੀ ਭਾਂਡੇ ਸਾਡੀ ਆਮ ਵਰਤੋਂ ਵਿੱਚ ਆਉਂਦੇ ਨੇ। ਅੱਜ ਹੀ ਨਹੀਂ, ਸਦੀਆਂ ਤੋਂ ਇਹ ਸਾਰੇ ਭਾਂਡੇ ਸਾਡੇ ਘਰਾਂ ਵਿੱਚ ਵਰਤੇ ਜਾਂਦੇ ਨੇ। ਬੇਸ਼ੱਕ ਜ਼ਮਾਨਾ ਆਧੁਨਿਕ ਆ ਗਿਆ ਹੈ ਪਰ ਫਿਰ ਵੀ ਮਿੱਟੀ ਦੇ ਭਾਂਡਿਆਂ ਦੀ ਹੋਂਦ ਕਦੇ ਵੀ ਖਤਮ ਨਹੀਂ ਹੋ ਸਕਦੀ। ਜਦੋਂ ਤੱਕ ਮਨੁੱਖ ਜਿਉਂਦਾ ਆ ਉਸ ਵੇਲੇ ਤੱਕ ਮਿੱਟੀ ਦੇ ਭਾਂਡਿਆਂ ਦੀ ਹੋਂਦ ਵੀ ਬਰਕਰਾਰ ਰਹੂਗੀ। ਦੂਸਰੇ ਪਾਸੇ ਤੰਦੂਰ ਦੀ ਅਗਰ ਗੱਲ ਕਰ ਲਈ ਜਾਵੇ ਤਾਂ ਤੰਦੂਰ ਵੀ ਘਰਾਂ ਦੇ ਵਿੱਚ ਇੱਕ ਅਹਿਮ ਹਿੱਸਾ ਸੀ ਜਿਸ ਤੇ ਸਵਾਣੀਆਂ ਕਦੇ ਰੋਟੀਆਂ ਪਕਾਉਂਦੀਆਂ ਸਨ। ਇਹਨਾਂ ਤੰਦੂਰਾਂ ਨੂੰ ਬਣਾਉਣ ਪਿੱਛੇ ਵੀ ਖਾਸ ਮਿਹਨਤ ਕਰਨੀ ਪੈਂਦੀ ਹੈ, ਖਾਸ ਮਿੱਟੀ ਗਾਉਣੀ ਪੈਂਦੀ ਹੈ ਤਾਂ ਫਿਰ ਤੰਦੂਰ ਤਿਆਰ ਕੀਤੇ ਜਾਂਦੇ ਨੇ। ਇਸ ਤੰਦੂਰ ਨੂੰ ਤਿਆਰ ਕਰਨ ਲਈ ਮਿੱਟੀ ਦੇ ਵਿੱਚ ਪਰਾਲੀ, ਫੂਸ ਅਤੇ ਪਲੋਂ ਦੀ ਵਰਤੋਂ ਕਰਕੇ ਮਿੱਟੀ ਨੂੰ ਚੰਗੀ ਤਰ੍ਹਾਂ ਮਿੱਧ ਲਿਆ ਜਾਂਦਾ ਹੈ। ਫਿਰ ਤੰਦੂਰ ਤਿਆਰ ਕੀਤੇ ਜਾਂਦੇ ਨੇ ਤੇ ਫਿਰ ਇਹ ਤੰਦੂਰ ਪਕਾਏ ਨਹੀਂ ਜਾਂਦੇ, ਸਿਰਫ ਤੇ ਸਿਰਫ ਵਾਰ-ਵਾਰ ਇਹਨਾਂ ਨੂੰ ਥਪਥਪਾ ਕੇ ਧੁੱਪ ਦੇ ਵਿੱਚ ਸੁਕਾਇਆ ਜਾਂਦਾ ਆ। ਤੇ ਤੰਦੂਰ ਜਦੋਂ ਕਿਸੇ ਵੀ ਜਗ੍ਹਾ ਦੇ ਉੱਤੇ ਸ਼ੁਰੂ ਕਰਨਾ ਹੋਵੇ ਤਾਂ ਉੱਥੇ ਪੁੱਜਣ ਤੋਂ ਪਹਿਲਾਂ ਇਸ ਨੂੰ ਇੱਕ ਖਾਸ ਰਵਾਇਤੀ ਤਰੀਕੇ ਦੇ ਨਾਲ ਬਣੇ ਤੰਦੂਰ ਨੂੰ ਅੱਗ ਬਾਲਣ ਤੋਂ ਪਹਿਲਾਂ ਤਿਆਰ ਕੀਤਾ ਜਾਂਦਾ ਆ। ਦੂਸਰੇ ਪਾਸੇ ਜਿਨ੍ਹਾਂ ਲੋਕਾਂ ਨੇ ਭਾਂਡੇ ਇਹਨਾਂ ਘਰਾਂ ਤੋਂ ਆ ਕੇ ਖਰੀਦਣੇ ਹੋਣ, ਉਹਨਾਂ ਘਰਾਂ ਤੋਂ ਆ ਕੇ ਲੋਕ ਚਾਹੇ ਦੀਵੇ ਹੋਣ, ਖੜਾਉਣੇ ਹੋਣ ਜਾਂ ਵੰਨੋ ਵੰਨੀ ਦੇ ਭਾਂਡੇ ਇਹਨਾਂ ਘਰਾਂ ਤੋਂ ਆ ਕੇ ਖਰੀਦ ਕੇ ਲੈ ਜਾਂਦੇ ਨੇ। ਇਸ ਬਾਰੇ ਮਿੱਟੀ ਦੇ ਬਰਤਨ ਤਿਆਰ ਕਰਨ ਵਾਲੇ ਇਸ ਸ਼ਖਸ ਦੇ ਨਾਲ ਜਦੋਂ ਔਨੇਰ ਵੱਲੋਂ ਗੱਲਬਾਤ ਕੀਤੀ ਗਈ ਤਾਂ ਉਸਨੇ ਵੀ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਭਾਂਡੇ ਤਿਆਰ ਕਰਨ ਲਈ ਮਿਹਨਤ ਕਰਨੀ ਪੈਂਦੀ ਹੈ। ਦੇਖੋ ਜੀ, ਸਾਡਾ ਨੁਕਸਾਨ ਹੁੰਦਾ ਜਿਸ ਟਾਈਮ ਸਾਡੇ ਕੋਲ ਆਹੇ ਜਾਨਵਰ ਹੁੰਦੇ ਆ, ਘੋੜੇ ਘੋੜੀਆਂ। ਸਾਡੀ ਘੋੜੀ ਮਰ ਜੇ ਸਾਨੂੰ ਕੁਛ ਨਹੀਂ ਦਿੰਦੀ ਗੌਰਮੈਂਟ, ਸਾਨੂੰ ਔਖੇ ਸੌਖੇ ਹੋ ਗਏ ਉਹ ਲੈਣੀ ਪੈਂਦੀ ਹੈ ਘੋੜੀ, ਬੜੀ ਔਖੀ। ਹੁਣ ਮੇਰੇ 2-3 ਡੰਗਰ ਮਰ ਗਏ ਜੀ। 2-3 ਡੰਗਰ ਮਰਨੇ ਕਰਕੇ ਮੈਂ ਇੰਨਾ ਔਖਾ ਹੋਇਆ, ਮੈਂ ਬੜੀ ਔਖੀ ਆਪਣੀ ਘੋੜੀ ਲਈ। ਘੋੜੀ ਲੈ ਕੇ ਮੈਂ ਆਪਣਾ ਟਾਈਮ ਪਾਸ ਕਰਿਆ। ਸਾਨੂੰ ਗੌਰਮੈਂਟ ਕੋਈ ਸਹੂਲਤ ਨਹੀਂ ਦੇ ਰਹੀ ਇਸ ਦੇ ਵਿੱਚ ਵੀ ਇੱਕ ਗਰੀਬ ਆਦਮੀ ਹੈ ਚਲੋ ਘੋੜੀ ਗੱਲ ਆਪਣਾ ਟਾਈਮ ਪਾਸ ਕਰ ਰਿਹਾ, ਸਾਡੀ ਕੋਈ ਸਹੂਲਤ ਨਹੀਂ ਹੈਗੀ ਇਹਦੇ 'ਚ। ਸਾਨੂੰ ਗੌਰਮੈਂਟ ਕੁਛ ਵੀ ਨਹੀਂ ਦਿੰਦੀ ਇਹਦੇ 'ਚ। ਤੁਸੀਂ ਸੁਣਿਆ ਕਿ ਕਿਸ ਤਰੀਕੇ ਦੇ ਨਾਲ ਕਰੜੀ ਮਿਹਨਤ ਦੇ ਵਿੱਚੋਂ ਲੰਘ ਕੇ ਇਹ ਭਾਂਡੇ ਅਤੇ ਬਰਤਨ ਤਿਆਰ ਕੀਤੇ ਜਾਂਦੇ ਨੇ। ਅਖੀਰ ਵਿੱਚ ਕਹਿ ਸਕਦੇ ਹਾਂ ਕਿ ਕਦੇ ਵੀ ਕਿਸੇ ਦੀ ਮਿਹਨਤ ਦੀ ਅਗਰ ਗੱਲ ਕਰਨੀ ਹੋਵੇ ਤਾਂ ਉਸ ਨੂੰ ਸਿਜਦਾ ਕਰਨਾ ਜ਼ਰੂਰ ਬਣਦਾ ਆ ਜੇ ਮਿਹਨਤ ਇਸ ਤਰੀਕੇ ਦੀ ਹੋਵੇ। ਮਿਹਨਤ ਤਾਂ ਹਰ ਹੀ ਸਿਜਦਾ ਮੰਗਦੀ ਹੈ, ਹਰੇਕ ਮਿਹਨਤ ਨੂੰ ਸਿਰ ਝੁਕਣਾ ਚਾਹੀਦਾ ਆ ਕਿਸੇ ਨੇ ਵੀ ਕੀਤੀ ਹੋਵੇ। ਪਰ ਇਹ ਖਾਸ ਮਿਹਨਤ ਦੀ ਅਗਰ ਗੱਲ ਕਰ ਲਈ ਜਾਵੇ ਤਾਂ ਇਸ ਕਲਾਕਾਰੀ ਦੇ ਹੁਨਰ ਨੂੰ ਸਲਾਮ ਹੈ। ਜਦੋਂ ਤੱਕ ਘੁਮਿਆਰਾਂ ਦੀ ਇਹ ਕਲਾ ਸਾਡੇ ਨਾਲ ਰਹੇਗੀ, ਇਸ ਸਮਾਜ ਦੇ ਵਿੱਚ ਖਿਡੌਣੇ ਤੇ ਭਾਂਡੇ ਸਾਡੇ ਘਰਾਂ, ਸਾਡੀਆਂ ਰਸੋਈਆਂ ਤੇ ਸਾਡੇ ਹੱਥਾਂ ਦੇ ਵਿੱਚ ਕਾਇਮ ਰਹਿਣਗੇ। ਬੇਸ਼ੱਕ ਆਧੁਨਿਕ ਦੌਰ ਆ ਗਿਆ ਹੈ ਪਰ ਮਿੱਟੀ ਦੇ ਭਾਂਡਿਆਂ ਦੀ ਰੀਸ ਕੋਈ ਨਹੀਂ ਕਰ ਸਕਦਾ।